कबीर जी पंच पदे। ज्यों जल छोड़ बाहर प्यो मीना, पूरब जन्म हो तप का हीना। अब कहो राम कमन गत मोरी, तजीले बनारस मत भई थोरी। रहाओ सगल जन्म शिवपुरी गवाया, मरती बार मगहर उठ आया। बहुत बरस तप किया कांसी, मरण भया मगहर की बासी। कांसी मगहर संबिचारी, ओछी भगत कैसे उतरस पारी। कहो गुर गज शिव सबको जाने, मोआ कबीर रमत श्री रामै। वाहिगुरु जी का खालसा, वाहिगुरु जी की फतेह। गुरु सवारी साध संगत जीओ, ਭਗਤ ਕਬੀਰ ਜੀ ਦੇ ਜੀਵਨ ਨੂੰ ਪੜ੍ਹਿਆਂ ਪਤਾ ਲੱਗਦਾ ਕਿ ਉਹਨਾਂ ਦਾ ਜਨਮ ਅਤੇ ਜੀਵਨ ਕਾਂਸ਼ੀ ਵਿੱਚ ਹੋਇਆ। ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਲੋਕਾਂ ਦੇ ਭਰਮ ਸ਼ੰਕੇ ਨਿਵਰਤ ਕਰਦੇ ਨੇ। ਉਹਨਾਂ ਨੇ ਲੋਕਾਂ ਦੇ ਭਰਮ ਦੂਰ ਕਰਕੇ ਉਹਨਾਂ ਨੂੰ ਸੱਚੇ ਮਾਰਗ ਤੇ ਤੋਰਨਾ ਹੁੰਦਾ। ਇਸੇ ਲਈ ਉਹ ਜਗਤ ਵਿੱਚ ਆਉਂਦੇ ਹਨ। ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਹੁਣ ਜਦੋਂ ਇਸ ਸ਼ਬਦ ਦਾ ਪਾਠ ਕੀਤਾ ਹੈ ਔਰ ਸ਼ਬਦ ਦੀ ਵਿਚਾਰ ਕਰਦਿਆਂ ਕਈ ਤਰ੍ਹਾਂ ਦੀਆਂ ਸਾਖੀਆਂ ਤੇ ਕਹਾਣੀਆਂ ਵੀ ਪੜ੍ਹੀਆਂ ਹਨ, ਪਰ ਸਾਡਾ ਮਤਲਬ ਉਹਨਾਂ ਸਾਖੀਆਂ ਤੇ ਕਹਾਣੀਆਂ ਤੇ ਬਹੁਤਾ ਸਮਾਂ ਅਜਾਈ ਨਹੀਂ ਗਵਾਉਣਾ। ਥੋੜ੍ਹੀ ਜਾਣਕਾਰੀ ਲਈ ਦੱਸਣਾ ਜ਼ਰੂਰੀ ਹੈ ਕਿ ਹਿੰਦੂ ਮਤ ਵਿੱਚ, ਸਨਾਤਨ ਮਤ ਵਿੱਚ ਇਹ ਵਿਚਾਰ ਹੈ ਕਿ ਕਾਂਸ਼ੀ ਸ਼ਿਵਪੁਰੀ ਹੈ, ਸ਼ਿਵ ਜੀ ਦੀ ਨਗਰੀ ਹੈ। ਔਰ ਜਿਹੜੀ ਹੜੰਬੇ ਧਰਤੀ ਹੈ ਉਹ ਸਰਾਪੀ ਹੋਈ ਧਰਤੀ। ਹੁਣ ਜੇ ਅਸੀਂ ਇਸ ਦੀ ਖੋਜ ਵਿੱਚ ਜਾਈਏ, ਕਿਸ ਨੇ ਕਦੋਂ ਕਿਉਂ ਸਰਾਪੀ, ਇਹ ਬੜੀ ਲੰਬੀ ਗਾਥਾ ਹੈ। ਨਾ ਤਾਂ ਸਾਡੇ ਕੋਲ ਇਤਨਾ ਲੰਮਾ ਸਮਾਂ ਹੈ ਕਿ ਉਹਨਾਂ ਸਾਖੀਆਂ ਨੂੰ ਪੜ੍ਹੀਏ, ਸੁਣਾਈਏ। ਅਸੀਂ ਤਾਂ ਸ਼ਬਦ ਵਿੱਚੋਂ ਤੱਤ ਭਾਵ ਲੈਣਾ ਹੈ। ਤੱਤ ਭਾਵ ਇਹ ਹੈ ਕਿ ਭਗਤ ਕਬੀਰ ਜੀ ਨੇ ਲੋਕਾਂ ਦੇ ਇਸ ਖਿਆਲ ਨੂੰ, ਇਸ ਭਰਮ ਨੂੰ ਤੋੜਨ ਵਾਸਤੇ, ਨਿਵਰਤ ਕਰਨ ਵਾਸਤੇ ਸਾਰਾ ਜੀਵਨ ਸ਼ਿਵਪੁਰੀ ਵਿੱਚ ਗੁਜ਼ਾਰਿਆ। ਜਦੋਂ ਉਹਨਾਂ ਦੇ ਜੀਵਨ ਦਾ ਅੰਤ ਆਇਆ, ਕਿਉਂਕਿ ਜਿਹੜੇ ਪਰਮੇਸ਼ਵਰ ਦੇ ਭਗਤ ਹੁੰਦੇ ਨੇ ਉਹ ਤ੍ਰਿਕਾਲਦਰਸ਼ੀ ਹੁੰਦੇ ਨੇ। ਉਹਨਾਂ ਨੂੰ ਭੂਤ, ਭਵਿੱਖਤ, ਵਰਤਮਾਨ ਦਾ ਸਭ ਪਤਾ ਹੁੰਦਾ ਔਰ ਉਹਨਾਂ ਦੇ ਸਾਰੇ ਭਰਮ ਭੁਲੇਖੇ ਵੀ ਦੂਰ ਹੋ ਜਾਂਦੇ ਤੇ ਉਹ ਸੰਸਾਰ ਵਿੱਚ ਦੂਜਿਆਂ ਦੇ ਭਰਮ ਭੁਲੇਖੇ ਦੂਰ ਕਰਦੇ। ਤੋ ਕਹਿੰਦੇ ਨੇ ਸ਼੍ਰੀ ਭਗਤ ਕਬੀਰ ਜੀ ਨੇ ਜਦੋਂ ਇਹ ਜਾਣ ਲਿਆ ਕਿ ਮੇਰੇ ਜੀਵਨ ਦਾ ਹੁਣ ਅੰਤ ਸਮਾਂ ਆ ਗਿਆ, ਤਾਂ ਲੋਕਾਂ ਦਾ ਭਰਮ ਤੋੜਨ ਵਾਸਤੇ ਉਹਨਾਂ ਨੇ ਕਾਂਸ਼ੀ ਦੀ ਵਸੋਂ ਛੱਡ ਕੇ ਕਾਂਸ਼ੀ ਤੋਂ 15 ਕਿਲੋਮੀਟਰ ਦੂਰ ਗੋਰਖਪੁਰ ਤੋਂ ਉਰੇ ਇੱਕ ਸਟੇਸ਼ਨ ਹੈ ਜਿਹਦਾ ਨਾਮ ਮਗਹਰ ਹੈ। ਦਾਸ ਵੀ 2-3 ਵਾਰੀ ਗੋਰਖਪੁਰ ਗਿਆ ਹੈ। ਰਸਤੇ ਵਿੱਚ ਉਹ ਸਟੇਸ਼ਨ ਦਾ ਬੋਰਡ ਪੜ੍ਹਿਆ ਮਗਹਰ। ਉੱਥੇ ਆ ਕੇ ਆਪਣਾ ਨਿਵਾਸ ਕਰ ਲਿਆ।
ਲੋਕ ਕਹਿਣ ਲੱਗੇ, ਭਗਤ ਜੀ ਤੁਸੀਂ ਇਹ ਕੀ ਕੀਤਾ? ਸਾਰਾ ਜੀਵਨ ਤੇ ਤੁਸੀਂ ਕਾਂਸ਼ੀ ਵਿੱਚ ਸ਼ਿਵ ਜੀ ਦੀ ਪੁਰੀ ਵਿੱਚ ਗੁਜ਼ਾਰੇ, ਤੇ ਹੁਣ ਤੁਸੀਂ ਅੰਤ ਸਮੇਂ ਉਹ ਸਰਾਪੀ ਹੋਈ ਧਰਤੀ ਮਗਹਰ ਤੇ ਆਨ ਡੇਰੇ ਲਾਏ ਨੇ, ਜਿੱਥੇ ਮਰਨ ਵਾਲਾ ਖੋਤੇ ਦੀ ਜੂਨ ਵਿੱਚ ਜਾਏਗਾ। ਭਗਤ ਜੀ ਨੇ ਲੋਕਾਂ ਦੇ ਸਾਰੇ ਵਿਚਾਰ ਸੁਣੇ ਤੇ ਬੜੇ ਸੁੰਦਰ ਤਰੀਕੇ ਨਾਲ ਇਸ ਸ਼ਬਦ ਵਿੱਚ ਪਰਮੇਸ਼ਵਰ ਨਾਲ ਗੱਲ ਕੀਤੀ ਤੇ ਲੋਕਾਂ ਦਾ ਭਰਮ ਤੋੜਿਆ। ਉਹ ਇਹ ਦੱਸਣਾ ਚਾਹੁੰਦੇ ਸਨ ਕਿ ਧਰਤੀਆਂ ਉੱਤੇ ਮਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਧਰਤੀ ਭਾਵੇਂ ਕੋਈ ਹੋਵੇ, ਕਾਂਸ਼ੀ ਦੀ ਹੋਵੇ ਜਾਂ ਮਗਹਰ ਦੀ ਹੋਵੇ ਜਾਂ ਕੋਈ ਹੋਰ, ਮਨੁੱਖ ਦੀ ਮੁਕਤੀ, ਮਨੁੱਖ ਦਾ ਚਮਣ ਮਨ ਦਾ ਚੱਕਰ ਤੇ ਸਿਮਰਨ ਨਾਲ ਕੱਟਿਆ ਜਾ। ਪਰ ਫਿਰ ਵੀ ਲੋਕਾਂ ਦੀਆਂ ਗੱਲਾਂ ਸੁਣ ਕੇ ਭਗਤ ਜੀ ਰੱਬ ਨਾਲ ਗੱਲ ਕਰਦੇ ਨੇ। ਅਬ ਕਹੋ ਰਾਮ ਕਮਨਗਤ ਮੋਰੀ, ਇੱਥੇ ਰਾਮ ਸੰਬੋਧਨ ਹੈ। ਹੇ ਰਾਮ ਜੀ, ਅਬ ਕਹੋ, ਮੈਨੂੰ ਦੱਸਣਾ ਕਰੋ, ਕਮਨਗਤ ਮੋਰੀ, ਮੇਰੀ ਕੀ ਅਵਸਥਾ ਬਣੇਗੀ, ਮੇਰੀ ਕੀ ਹਾਲਤ ਹੋਵੇਗੀ। ਤਜੀ ਲੈ ਬਨਾਰਸ ਮਤ ਭਈ ਥੋਰੀ, ਲੋਕ ਕਹਿ ਰਹੇ ਨੇ ਕਿ ਤੁਸੀਂ ਬਨਾਰਸ ਛੱਡ ਕੇ ਮਗਹਰ ਦੀ ਧਰਤੀ ਤੇ ਆ ਗਏ, ਤੁਹਾਡੀ ਮਤ ਥੋੜੀ ਹੈ। ਭਾਵ ਮੈਂ ਲੋਕਾਂ ਦੇ ਕਹਿਣ ਮੁਤਾਬਕ ਇਹ ਗਲਤੀ ਕੀਤੀ ਹੈ। ਹੇ ਰਾਮ ਜੀ, ਤੁਸੀਂ ਮੈਨੂੰ ਦੱਸੋ ਮੇਰੀ ਕੀ ਹਾਲਤ ਬਣੇਗੀ। ਅਬ ਕਹੋ ਰਾਮ ਕਮਨਗਤ ਮੋਰੀ, ਤਜੀਲੇ ਬਨਾਰਸ ਮਤ ਭਈ ਥੋਰੀ। ਰਹਾਓ, ਇਹ ਹੁਣ ਸ਼ਬਦ ਦਾ ਕੇਂਦਰੀ ਭਾਵ ਹੈ। ਭਾਵ ਭਗਤ ਜੀ ਪਰਮੇਸ਼ਵਰ ਨਾਲ ਗੱਲ ਕਰ ਰਹੇ, ਜਿਉਂ ਜਲ ਛੋੜ ਬਾਹਰ ਪਇਓ ਮਹੀਨਾ, ਪੂਰਬ ਜਨਮ ਹੋ ਤਪ ਕਾਹੀਨਾ। ਲੋਕ ਇਹ ਕਹਿ ਰਹੇ ਨੇ, ਕਬੀਰ ਜੀ ਤੁਸੀਂ ਤੇ ਉਹ ਗੱਲ ਕੀਤੀ ਹੈ ਜਿਵੇਂ ਕੋਈ ਜਲ ਵਿੱਚ ਰਹਿਣ ਵਾਲੀ ਮੱਛਲੀ ਜਲ ਛੱਡ ਕੇ ਬਾਹਰ ਚਲੀ ਜਾਏ ਤੇ ਉਹਦਾ ਕੀ ਹਾਲ ਹੋਵੇਗਾ। ਮੇਰੀ ਵੀ ਉਹ ਦਸ਼ਾ ਕਹਿ ਰਹੇ ਨੇ, ਜਿਉਂ ਜਲ ਛੋੜ, ਜਿਉਂ ਦਾ ਮਤਲਬ ਜਿਵੇਂ ਜਲ ਨੂੰ ਛੱਡ ਕੇ ਬਾਹਰ ਪਇਓ ਮੀਨਾ, ਮੀਨਾ ਕਹੀਏ ਮੱਛੀ ਪਾਣੀ ਛੱਡ ਕੇ ਬਾਹਰ ਚਲੀ ਜਾਏ ਤੇ ਉਹਦਾ ਹਾਲ ਕੀ ਹੋਵੇਗਾ। ਪੂਰਬ ਜਨਮ ਹੋ ਤਪ ਕਾਹੀਨਾ, ਲੋਕਾਂ ਦੇ ਕਹਿਣ ਮੁਤਾਬਕ ਮੇਰੇ ਪੂਰਵਲੇ ਜਨਮ ਦੇ ਵਿੱਚ ਕੋਈ ਤਪ ਦੀ ਕਮੀ ਹੈ। ਲੋਕ ਇਹ ਕਹਿ ਰਹੇ ਨੇ ਕਿ ਤੁਸੀਂ ਗਲਤ ਕੀਤਾ, ਤੁਹਾਨੂੰ ਸ਼ਿਵਪੁਰੀ ਵਿੱਚ ਰਹਿੰਦਿਆਂ ਸਾਰਾ ਜੀਵਨ ਬਤੀਤ ਹੋ ਗਿਆ, ਤੇ ਸ਼ਿਵਪੁਰੀ ਵਿੱਚ ਰਹਿ ਕੇ ਜਿਹੜੇ ਮਰਦੇ ਹਨ ਉਹ ਤੇ ਸ਼ਿਵਪੁਰੀ ਜਾਂਦੇ ਨੇ, ਤੇ ਤੁਸੀਂ ਕੰਮ ਉਲਟ ਕਰ ਰਹੇ। ਹੁਣ ਭਗਤ ਜੀ ਦੇਖੋ, ਬੜੇ ਵਿਅੰਗ ਦੇ ਨਾਲ, ਇਹਨੂੰ ਵਿਅੰਗ ਵੀ ਕਿਹਾ ਜਾਂਦਾ। ਰਾਮ ਜੀ ਹੁਣ ਦੱਸੋ ਮੇਰੀ ਕੀ ਹਾਲਤ ਹੋਵੇਗੀ। ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉੱਠ ਆਇਆ। ਸਗਲ ਜਨਮ, ਸਾਰਾ ਜਨਮ, ਭਾਵ ਜਨਮ ਤੋਂ ਲੈ ਕੇ ਹੁਣ ਤੀਕ ਮੈਂ ਆਪਣਾ ਜੀਵਨ ਸ਼ਿਵਪੁਰੀ ਵਿੱਚ ਬਤੀਤ ਕੀਤਾ। ਗਵਾਇਆ ਤੋਂ ਭਾਵ ਬਤੀਤ ਕੀਤਾ ਹੈ। ਆਮ ਅਸੀਂ ਕਹਿ ਦਿੰਦੇ ਹਾਂ ਮੈਂ ਉੱਥੇ ਗਵਾਇਆ ਜੀ, ਉੱਥੇ ਗੁਜ਼ਾਰਿਆ ਜੀ। ਤੇ ਮਰਤੀ ਬਾਰ ਮਗਹਰ ਉਠਾਇਆ, ਹੁਣ ਜਦੋਂ ਜੀਵਨ ਦਾ ਅੰਤ ਸਮਾਂ ਆਇਆ ਤੇ ਹੁਣ ਸ਼ਿਵਪੁਰੀ ਛੱਡ ਕੇ ਮਗਹਰ ਦੀ ਧਰਤੀ ਤੇ ਆ ਗਏ। ਹੁਣ ਕਿਉਂਕਿ ਲੋਕਾਂ ਦਾ ਖਿਆਲ ਹੈ, ਲੋਕਾਂ ਦੇ ਅੰਦਰ ਇਹ ਭਰਮ ਬਣਿਆ ਹੋਇਆ ਕਿ ਜਿਹੜਾ ਮਗਹਰ ਦੀ ਧਰਤੀ ਤੇ ਮਰੇਗਾ
ਉਹ ਖੋਤੇ ਦੀ ਜੂਨ ਵਿੱਚ ਜਾਏਗਾ। ਕਿਉਂ ਕਿਵੇਂ ਇੱਕ ਖਿਆਲ ਹੈ, ਔਰ ਇਹ ਲੋਕ ਖਿਆਲਾਂ ਦੇ ਪਿੱਛੇ ਚੱਲਦੇ ਰਹਿੰਦੇ। ਆਮ ਕਹਾਵਤ ਹੈ, ਚਲਤੇ ਕੇ ਪਿੱਛੇ ਚਲੇ ਲੋਗਨ ਕੀ ਭੇਡਾ ਚਾਲ। ਪਤਾ ਕਿਸੇ ਨੂੰ ਨਹੀਂ ਹੁੰਦਾ, ਜਿਹਨੂੰ ਪੁੱਛੋ ਲੋਕ ਕਹਿੰਦੇ ਨੇ ਜੀ, ਲੋਕਾਂ ਵਿੱਚ ਪ੍ਰਚਲਿਤ ਹੈ ਜੀ। ਭਗਤ ਜੀ ਵੀ ਲੋਕਾਂ ਦਾ ਭਰਮ ਦੂਰ ਕਰ ਰਹੇ ਨੇ ਕਿ ਮੇਰੇ ਬਾਰੇ ਲੋਕ ਕਹਿੰਦੇ ਨੇ, ਸਗਲ ਜਨਮ ਸ਼ਿਵਪੁਰੀ ਗਵਾਇਆ। ਭਗਤ ਕਬੀਰ ਜੀ ਨੇ ਸਾਰਾ ਜਨਮ ਤੇ ਸ਼ਿਵਪੁਰੀ ਵਿੱਚ ਬਤੀਤ ਕੀਤਾ, ਤੇ ਮਰਤੀ ਬਾਰ ਮਗ ਹਰ ਉੱਠ ਆਇਆ। ਹੁਣ ਜਦੋਂ ਜੀਵਨ ਦਾ ਅੰਤ ਸਮਾਂ ਆਇਆ ਤੇ ਸ਼ਿਵਪੁਰੀ ਛੱਡ ਦਿੱਤੀ। ਜਿੱਥੇ ਮਰਨ ਕਰਕੇ ਕੋਈ ਸ਼ਿਵ ਦੀ ਪੁਰੀ ਵਿੱਚ ਜਾਂਦਾ, ਉਹਨੂੰ ਛੱਡ ਦਿੱਤੀ ਹੈ, ਤੇ ਉਸ ਧਰਤੀ ਨੂੰ ਆ ਕੇ ਅਪਣਾ ਲਿਆ ਜਿੱਥੇ ਮਰਨ ਵਾਲੇ ਨੂੰ ਗਧੇ ਦੀ ਜੂਨ, ਖੋਤੇ ਦੀ ਜੂਨ ਮਿਲਦੀ। ਭਗਤ ਜੀ ਨੇ ਲੋਕਾਂ ਦਾ ਭਰਮ ਦੂਰ ਕਰਨਾ। ਬਹੁਤ ਬਰਸ ਤਪ ਕੀਆ ਕਾਂਸੀ, ਬਹੁਤ ਲੰਮਾ ਸਮਾਂ ਮੈਂ ਕਾਂਸ਼ੀ ਵਿੱਚ ਗੁਜ਼ਾਰਿਆ। ਕਾਂਸ਼ੀ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਕੀਤੀ, ਤੇ ਮਰਨ ਭਇਆ ਮਗਹਰ ਕੀ ਬਾਸੀ। ਹੁਣ ਜਦੋਂ ਅੰਤ ਸਮਾਂ ਆਇਆ ਤੇ ਮਗਹਰ ਤੇ ਆ ਕੇ ਡੇਰੇ ਲਾਏ। ਇਹ ਲੋਕਾਂ ਵਿੱਚ ਚਰਚਾ ਹੈ, ਲੋਕ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ, ਪਰ ਰਾਮ ਜੀ ਤੁਸੀਂ ਦੱਸੋ ਮੇਰਾ ਕਿਵੇਂ ਨਿਬੇੜਾ ਕਰੋ। ਅਬ ਕਹੋ ਰਾਮ ਕਮਨ ਗਤ ਮੋਰੀ, ਤਜੀਲੇ ਬਨਾਰਸ ਮਤ ਭਈ ਥੋਰੀ। ਹੁਣ ਭਗਤ ਜੀ ਆਪਣਾ ਫੈਸਲਾ ਦੇਣ ਲੱਗੇ। ਕਹਿੰਦੇ ਕਾਂਸੀ ਮਗਹਰ ਸੰਬਿਚਾਰੀ। ਆਖਿਆ ਜਿਸਨੇ ਪਰਮਾਤਮਾ ਦੀ ਭਗਤੀ ਕੀਤੀ ਹੈ, ਜਿਹਨੂੰ ਪਰਮਾਤਮਾ ਦੇ ਸਿਮਰਨ ਉੱਤੇ ਪੂਰਨ ਵਿਸ਼ਵਾਸ ਹੈ, ਉਹਦੇ ਵਾਸਤੇ ਧਰਤੀਆਂ ਦਾ ਕੋਈ ਵਖਰੇਵਾਂ ਨਹੀਂ ਹੈ। ਉਹ ਇਹਨਾਂ ਭਰਮ ਚੱਕਰਾਂ ਵਿੱਚ ਨਹੀਂ ਫਸਦਾ ਕਿ ਕਾਂਸ਼ੀ ਵਿੱਚ ਮਰਾਂਗਾ ਤੇ ਇਹ ਹੋਵੇਗਾ, ਤੇ ਮਗਹਰ 'ਚ ਮਰਾਂਗਾ ਤਾਂ ਇਹ ਹੋਵੇਗਾ। ਕਾਂਸ਼ੀ ਮਗਹਰ ਸੰਬਿਚਾਰੀ, ਸਮ ਦਾ ਮਤਲਬ ਇੱਕੋ ਜਿਹੀ, ਮੈਨੂੰ ਕੋਈ ਫਰਕ ਨਹੀਂ ਹੈ। ਓਛੀ ਭਗਤ ਕੈਸੇ ਉਤਰਸ ਪਾਰੀ। ਜੇ ਪਰਮਾਤਮਾ ਦੀ ਭਗਤੀ ਪੂਰੀ ਨਹੀਂ ਕੀਤੀ, ਕੈਸੇ ਉਤਰਸ ਪਾਰੀ, ਉਹ ਕਿਵੇਂ ਪਾਰ ਉਤਰ ਸਕਦਾ ਹੈ। ਭਾਵੇਂ ਉਹ ਸ਼ਿਵਪੁਰੀ ਵਿੱਚ ਮਰੇ ਤੇ ਭਾਵੇਂ ਮਗਹਰ ਦੀ ਧਰਤੀ ਤੇ ਮਰੇ, ਇਹਨਾਂ ਧਰਤੀਆਂ ਤੇ ਮਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਦੇਖੋ ਕਬੀਰ ਜੀ ਨੇ ਬੜੇ ਹੀ ਵਿਅੰਗਮਈ ਤਰੀਕੇ ਦੇ ਨਾਲ ਲੋਕਾਂ ਦੇ ਇਸ ਭਰਮ ਨੂੰ ਖੰਡਨ ਕੀਤਾ, ਔਰ ਸਮਝਾਉਣਾ ਇਹ ਕੀਤਾ ਹੈ ਕਿ ਜਿਸ ਨੇ ਪਰਮਾਤਮਾ ਦੀ ਸੱਚੇ ਮਨੋਂ ਭਗਤੀ ਕੀਤੀ ਹੈ, ਉਹਨੂੰ ਇਸ ਤਰ੍ਹਾਂ ਦੇ ਵਿਚਾਰਾਂ ਵਿੱਚ ਕਦੇ ਨਹੀਂ ਪੈਣਾ ਚਾਹੀਦਾ। ਕਹੋ ਘੁਰ ਗੱਜ ਸ਼ਿਵ ਸਭ ਕੋ ਜਾਣੈ। ਕਬੀਰ ਜੀ ਕਹਿੰਦੇ ਨੇ ਗੱਜ ਗਣੇਸ਼ ਜੀ ਬਾਰੇ ਕਿਹਾ ਜਾਂਦਾ, ਸ਼ਿਵ ਸ਼ਿਵ ਜੀ ਬਾਰੇ ਕਿਹਾ। ਇਹਨਾਂ ਸਾਰਿਆਂ ਨੂੰ ਪਤਾ, ਇਹਨਾਂ ਤੋਂ ਕੋਈ ਭੁਲੇਖਾ ਨਹੀਂ ਹੈਗਾ। ਸ਼ਿਵ ਕਹੋ ਘੁਰ ਗੱਜ ਸ਼ਿਵ ਸਭ ਕੋ ਜਾਣੈ, ਭਾਵ ਗਣੇਸ਼ ਜੀ ਨੂੰ ਅਤੇ ਸ਼ਿਵ ਜੀ ਨੂੰ ਸਾਰਾ ਪਤਾ ਹੈ ਕਿ ਮੋਆ ਕਬੀਰ ਰਮਤ ਸ਼੍ਰੀ ਰਾਮੈ। ਕਬੀਰ ਜੀ ਮਰੇ ਹਨ, ਭਾਵ ਸਰੀਰ ਛੱਡਿਆ, ਰਮਤ ਸ਼੍ਰੀ ਰਾਮੈ। ਇੱਕ ਰਾਮ ਦਾ ਸਿਮਰਨ ਕਰਦਿਆਂ ਕਰਦਿਆਂ ਉਹਨਾਂ ਨੇ ਆਪਣਾ ਸਰੀਰ ਤਿਆਗਿਆ। ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ, ਤੇ ਮੈਨੂੰ ਦੱਸਣ ਦੀ ਵੀ ਕੋਈ ਲੋੜ ਨਹੀਂ। ਸ਼ਿਵ ਜੀ ਨਹੀਂ ਜਾਣਦੇ, ਗਣੇਸ਼ ਨਹੀਂ ਜਾਣਦਾ। ਭਗਤ ਜੀ ਨੇ ਬਾਣੀ ਵਿੱਚ ਆਪਣੇ ਭਰਮ ਦੂਰ ਕਰਦਿਆਂ ਕਿਹਾ, ਇਹ ਦੱਸੋ
ਜੇ ਮੈਂ ਬਨਾਰਸ ਛੱਡ ਦਿੱਤਾ ਤਾਂ ਫਿਰ ਮੇਰੀ ਪਰਮਾਤਮਾ ਦਾ ਕੀ ਨਿਹੋਰਾ, ਉਹਦਾ ਮੇਰੇ ਤੇ ਕੀ ਅਹਿਸਾਨ ਹੈ। ਜੇ ਧਰਤੀਆਂ ਤੇ ਮਰਨ ਕਰਕੇ ਹੀ ਬੰਦੇ ਦੀ ਮੁਕਤੀ ਕਲਿਆਣ ਹੋਣੀ ਹੈ ਤੇ ਫਿਰ ਸਿਮਰਨ ਦਾ ਕੀ ਫਾਇਦਾ। ਗੱਲ ਤਾਂ ਸਿਮਰਨ ਨਾਲ ਬਣਨੀ ਹੈ। ਇਸ ਤਰ੍ਹਾਂ ਦੇ ਭਰਮ ਸੰਸਾਰ ਵਿੱਚ ਅੱਜ ਵੀ ਨੇ ਤੇ ਉਦੋਂ ਵੀ ਸਨ, ਪਰ ਜਿਹੜੇ ਪਰਮਾਤਮਾ ਦੇ ਸੱਚੇ ਭਗਤ ਨੇ ਉਹਨਾਂ ਨੇ ਆਪਣੇ ਸਮੇਂ ਵਿੱਚ ਆਪਣੀ ਬਾਣੀ ਦੁਆਰਾ ਲੋਕਾਂ ਦੇ ਭਰਮ ਦੂਰ ਕੀਤੇ ਅਤੇ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ। ਭਾਈ ਜੇ ਮਨੁੱਖ ਦਾ ਪਾਰ ਨਿਸਤਾਰਾ ਹੋਣਾ ਤੇ ਉਹ ਪੂਰੀ ਪਰਮਾਤਮਾ ਦੀ ਭਗਤੀ ਕਰਕੇ ਹੋਣਾ। ਓਛੀ ਭਗਤ ਕੈਸੇ ਉਤਰ ਸਪਾਰੀ। ਜੇ ਕੋਈ ਸੱਚੇ ਮਨੋਂ ਪਰਮਾਤਮਾ ਦੀ ਭਗਤੀ ਨਹੀਂ ਕਰਦਾ ਉਹ ਕਿਵੇਂ ਪਾਰ ਉਤਰ ਸਕਦਾ। ਭਾਵੇਂ ਉਹ ਮਰੇ ਕਾਂਸ਼ੀ ਤੇ ਭਾਵੇਂ ਮਰੇ ਮਗਹਰ, ਧਰਤੀਆਂ ਨੇ ਕੁਝ ਵੀ ਸਵਾਰਨਾ ਜਾਂ ਵਿਗਾੜਨਾ ਨਹੀਂ। ਇਹ ਠੀਕ ਹੈ, ਜਿਨ੍ਹਾਂ ਲੋਕਾਂ ਨੂੰ ਇਹ ਧਾਰਨਾ ਬਣੀ ਹੋਈ ਹੈ ਉਹ ਧਾਰੀ ਜਾਣ, ਪਰ ਜਿਹੜੇ ਭਗਤ ਪਰਮਾਤਮਾ ਨਾਲ ਜੁੜੇ ਹੋਏ ਨੇ ਉਹਨਾਂ ਨੇ ਐਲਾਨੀਆਂ ਤੌਰ ਤੇ ਕਿਹਾ ਕਿ ਹਮਰਾ ਝਗੜਾ ਰਹਾ ਨ ਕੋ, ਪੰਡਤ ਮੁੱਲਾ ਛਾੜੇ ਦੋ। ਅਸੀਂ ਇਹਨਾਂ ਪੰਡਤਾਂ ਤੇ ਮੁੱਲਾਂ ਦੀ ਗੱਲ ਨਹੀਂ ਜਾਣਦੇ, ਸਾਡਾ ਕੋਈ ਝਗੜਾ ਹੀ ਨਹੀਂ, ਸਾਨੂੰ ਇਸ ਗੱਲ ਦਾ ਕੋਈ ਫਿਕਰ ਹੀ ਨਹੀਂ ਵੀ ਕੀ ਹੋਵੇਗਾ। ਅਸੀਂ ਪਰਮਾਤਮਾ ਦਾ ਸਿਮਰਨ ਕੀਤਾ। ਪੰਡਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਿਛੂ ਨ ਲਿਆ। ਅਸੀਂ ਉਹਨਾਂ ਦੀਆਂ ਗੱਲਾਂ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ, ਉਹਨਾਂ ਗੱਲਾਂ ਨੂੰ ਕੋਈ ਮਹੱਤਵ ਨਹੀਂ ਦਿੰਦੇ। ਗੱਲ ਹੈ ਪਰਮਾਤਮਾ ਦੀ ਭਗਤੀ ਦੀ। ਇਸ ਲਈ ਭਗਤ ਜੀ ਨੇ ਆਪਣੇ ਸਲੋਕਾਂ ਵਿੱਚ ਵੀ ਬੜੇ ਖੂਬਸੂਰਤ ਢੰਗ ਨਾਲ ਸਮਝਾਇਆ। ਕਬੀਰਾ ਰਾਮੈ ਰਾਮ ਕਹੋ, ਕਹਿਬੇ ਮਾਹੇ ਬਵੇਕ। ਏਕ ਅਨੇਕੈ ਮਿਲ ਗਿਆ, ਏਕ ਸਮਾਨਾ ਏਕ। ਕਬੀਰ ਰਾਮ ਕਹਿਨ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ। ਸੋਈ ਰਾਮ ਸਭੈ ਕਹੇ, ਸੋਈ ਕੌਤਕਹਾਰ। ਦੇਖੋ, ਜਿਹੜੇ ਤੇ ਦਿਖਾਵੇ ਮਾਤਰ ਰਾਮ ਰਾਮ ਕਰਦੇ ਉਹਨਾਂ ਦੀ ਓਛੀ ਭਗਤ, ਪਰ ਜਿਹੜੇ ਮਨ ਬਚਨ ਕਰਕੇ ਪਰਮਾਤਮਾ ਦੇ ਹੋ ਗਏ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਭਰਮ, ਕੋਈ ਸ਼ੰਕਾ ਨਹੀਂ ਰਹਿੰਦਾ। ਤੋ ਸਾਰੇ ਸ਼ਬਦ ਨੂੰ ਰਿੜਕਣ ਦੇ ਨਾਲ, ਵਿਚਾਰਨ ਦੇ ਨਾਲ ਜੋ ਤੱਤ ਨਿਕਲਦਾ ਹੈ ਉਹ ਇਹ ਹੈ, ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ। ਕੀ ਉਹਨਾਂ ਨੂੰ ਪਤਾ ਨਹੀਂ, ਮੋਆ ਕਬੀਰ ਰਮਤ ਸ੍ਰੀ ਰਾਮੈ। ਕਬੀਰ ਜੀ ਤਾਂ ਰਾਮ ਦਾ ਸਿਮਰਨ ਕਰਦੇ ਕਰਦੇ ਗਏ। ਰਾਮ ਦਾ ਸਿਮਰਨ ਕਰਨ ਵਾਲਾ ਰਾਮ ਦੇ ਚਰਨਾਂ ਵਿੱਚ ਆਏਗਾ, ਰਾਮ ਨਾਲ ਇਕਮਿਕ ਹੋ ਜਾਏਗਾ। ਜਿਵੇਂ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਜਿਹੜਾ ਸੱਚੇ ਮਨੋਂ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਪਰਮਾਤਮਾ ਨਾਲ ਇਕਮਿਕ ਹੋ ਜਾਂਦਾ। ਭਗਤ ਫਰੀਦ ਜੀ ਨੇ ਵੀ ਕਿਹਾ ਹੈ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ। ਜਿਨ ਮਨ ਹੋਰ ਮੁਖ ਹੋਰ, ਸਿਕਾਂਡੇ ਕੱਚਿਆ। ਰਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ। ਵਿਸਰਿਆ ਜਿਨ ਨਾਮ, ਤੇ ਭੋਏ ਭਾਰ ਥੀਏ। ਆਪ ਦੀਏ ਲੜ ਲਾਏ, ਦਰ ਦਰ ਵੇਸ ਸੇ। ਤਿਨ ਧਨ ਜਣੇ ਦੀ ਮਾਓ, ਆਏ ਸਫਰ ਸੇ। ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ। ਜਿਨਾ ਪਛਾਤਾ ਸੱਚ, ਚੁੰਮਾ ਪੈਰ ਮੂੰਹ। ਇਸ ਲਈ ਭਗਤ ਜੀ ਦੇ ਜੀਵਨ ਤੋਂ
ਉਹਨਾਂ ਦੀ ਬਾਣੀ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਵੀ ਇਹਨਾਂ ਧਰਤੀਆਂ ਦੀ ਉਲਝਣ ਵਿੱਚ ਨਹੀਂ ਪੈਣਾ। ਆਪਣੇ ਜੀਵਨ ਨੂੰ ਸੱਚਾ ਸੁੱਚਾ ਬਣਾਉਣਾ, ਪਰਮਾਤਮਾ ਦਾ ਸਿਮਰਨ ਕਰਨਾ, ਅਤੇ ਜਿਹੜਾ ਸਿਮਰਨ ਕਰੇਗਾ ਉਹਨੂੰ ਸਿਮਰਨ ਦਾ ਫਲ ਇਹ ਮਿਲੇਗਾ ਕਿ ਉਹ ਪਰਮਾਤਮਾ ਨਾਲ ਇਕਮਿਕ ਹੋ ਜਾਏਗਾ। ਜਿਵੇਂ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਤੋਂ ਭਗਤਾਂ ਨੇ ਲੋਕਾਂ ਦੇ ਭਰਮ ਤੋੜੇ ਅਤੇ ਲੋਕਾਂ ਨੂੰ ਪਰਮਾਤਮਾ ਦੇ ਸਿਮਰਨ ਬੰਦਗੀ ਵਾਲੇ ਪਾਸੇ ਲਾਇਆ। ਸਾਰੇ ਸ਼ਬਦ ਦਾ ਨਿਚੋੜ ਇਹ ਹੈ ਕਿ ਇਹੋ ਜਿਹਾ ਭਰਮ ਕਦੇ ਵੀ ਆਪਣੇ ਮਨ ਵਿੱਚ ਨਾ ਲਿਆਓ, ਅਤੇ ਗੁਰਬਾਣੀ ਤੇ ਕਹਿੰਦੀ ਮੁਕਤੀ ਦਾ ਲਾਲਚ ਹੀ ਨਾ ਕਰੋ, ਮੁਕਤੀ ਵਾਲੇ ਪਾਸੇ ਧਿਆਨ ਨਾ ਦਿਓ। ਇਹ ਤਾਂ ਉਸ ਪਰਮਾਤਮਾ ਦੀ ਡਿਊਟੀ ਹੈ। ਤੁਸੀਂ ਸੱਚੇ ਮਨੋ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਾਰੀ ਗੁਰਬਾਣੀ ਸਾਨੂੰ ਇਹ ਸਿੱਖਿਆ ਦੇ ਰਹੀ ਹੈ ਕਿ ਜਿਹੜੇ ਨਾਮ ਜਪਣਗੇ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।